ਸੰਪੂਰਨ ਰੂਪ ਦੇ ਵਿੱਚ ਪਾਤਸ਼ਾਹ ਜੀ ਨੇ ਇੱਥੇ ਮੂਲ ਮੰਤਰ ਦਰਜ ਕੀਤਾ ਹੈ, ਇੱਕ ਓੰਕਾਰ ਸਤਨਾਮ। ਦਾਸ ਰਾਤ ਇਤਿਹਾਸਕ ਵਿਚਾਰਾਂ ਕਰਦਿਆਂ ਬੇਨਤੀ ਕਰ ਰਿਹਾ ਸੀ, ਓੰਕਾਰ ਇਹ ਪਰਮਾਤਮਾ ਹੈ। ਓੰਕਾਰ ਹਿੰਦੂਇਜ਼ਮ ਦੇ ਵਿੱਚ ਓੰਕਾਰ ਦੇ 3 ਟੁਕੜੇ ਕੀਤੇ ਗਏ। ਬ੍ਰਹਮਾ ਵਿਸ਼ਨ ਮਹੇਸ਼ 3 ਦੇਵਤੇ ਮੰਨ ਲੈ ਗਏ। ਓੰਕਾਰ ਨੂੰ ਵੱਖਰਿਆਂ ਵੱਖਰਿਆਂ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਹਿਬ ਜੀ ਨੇ ਓੰਕਾਰ ਨੂੰ ਐਜ਼ ਇਟ ਰੱਖ ਕੇ ਉਸ ਤੋਂ ਪਹਿਲਾਂ ਇੱਕ ਲਾ ਦਿੱਤਾ ਹੈ। ਓੰਕਾਰ ਬ੍ਰਹਮ ਪਰਮਾਤਮਾ ਹੈ। ਸਾਹਿਬ ਕਹਿਣ ਲੱਗੇ ਪਰਮਾਤਮਾ 3 ਨਹੀਂ, ਇੱਕ ਹੈ। ਓੰਕਾਰ ਤੋਂ ਪਹਿਲਾਂ ਇੱਕ ਲਾਇਆ ਹੈ। ਔਰ ਜਦੋਂ ਅਸੀਂ ਡੀਪਲੀ ਇਹਦੇ ਵਿੱਚ ਉਤਰਾਂਗੇ ਨਾ ਚੀਜ਼ ਦੇ ਜਾ ਕੇ, ਇਹ ਸੱਚ ਸਾਹਮਣੇ ਆਏਗਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਚੀਜ਼ ਦਾ ਖੰਡਨ ਕੀਤਾ, ਜਿਨ੍ਹਾਂ ਨੇ ਰੱਬ ਦੇ ਟੁਕੜੇ ਕੀਤੇ, ਸਾਹਿਬ ਕਹਿਣ ਲੱਗੇ ਨਹੀਂ ਰੱਬ ਇੱਕ ਹੈ। ਉਹ ਸੋਚ ਦੇ ਧਾਰਨੀ ਉਦੋਂ ਤੋਂ ਹੀ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਖਿਲਾਫ ਹੋ ਗਏ। ਇਹ ਅੱਜ ਤੱਕ ਉਹੀ ਮੁਖਾਲਫਤ ਚੱਲਦੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਰੱਬ ਹੈ, ਪਰ ਰੱਬ 2 ਨਹੀਂ, ਰੱਬ 3 ਨਹੀਂ, ਰੱਬ ਇੱਕ ਹੈ। ਓੰਕਾਰ ਪਰਮਾਤਮਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 930 ਪੰਨੇ ਤੇ ਰਾਮਕਲੀ ਰਾਗ ਦੇ ਵਿੱਚ ਬਾਣੀ ਹੈ ਓੰਕਾਰ। ਰਾਮਕਲੀ ਮਹਿਲਾ ਪਹਿਲਾ ਦੱਖਣੀ ਓੰਕਾਰ, ਦੱਖਣੀ ਬੋਲੀ ਦੇ ਵਿੱਚ ਹੈ ਓੰਕਾਰ ਬਾਣੀ ਹੈ। ਤੇ ਸਤਿਗੁਰੂ ਜੀ ਨੇ ਆਰੰਭ ਦੇ ਵਿੱਚ ਜ਼ਿਕਰ ਕੀਤਾ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਕੇਵਲ ਓੰਕਾਰ ਦੀ ਗੱਲ, ਰੱਬ ਦੀ, ਪਰਮਾਤਮਾ ਦੀ, ਕਿ ਪਰਮਾਤਮਾ ਤੋਂ ਇਹ ਸਾਰੀ ਕੁਦਰਤ ਦੀ ਉਤਪਤੀ ਹੋਈ ਹੈ। ਸਨਾਤਨੀ ਮਤ ਨੇ ਓੰਕਾਰ ਦੇ 3 ਟੁਕੜੇ ਕੀਤੇ। ਬ੍ਰਹਮਾ ਵਿਸ਼ਨ ਮਹੇਸ਼ ਮੰਨ ਲਿਆ ਕਿ ਬ੍ਰਹਮਾ ਪੈਦਾ ਕਰਦਾ, ਵਿਸ਼ਨੂੰ ਰਿਜ਼ਕ ਦਿੰਦਾ ਤੇ ਸ਼ਿਵ ਜੀ ਸੰਘਾਰ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਓੰਕਾਰ ਤੋਂ ਪਹਿਲਾਂ ਇੱਕ ਲਾ ਦਿੱਤਾ ਕਿ ਨਹੀਂ, ਇੱਕ ਹੀ ਸਭ ਕੁਝ ਕਰ ਰਿਹਾ ਹੈ, ਇੱਕ ਹੀ ਪੈਦਾ ਕਰਨ ਵਾਲਾ ਹੈ, ਇੱਕ ਹੀ ਰਿਜ਼ਕ ਦੇਣ ਵਾਲਾ ਹੈ, ਇੱਕ ਹੀ ਸਾਨੂੰ ਮਾਰਨ ਵਾਲਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਬਹੁਤ ਵਾਰ ਪੜ੍ਹੇ ਸੁਣੇ ਹੋਣਗੇ। ਸਾਹਿਬ ਜੀ ਕਹਿੰਦੇ ਨੇ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, 2 ਨਹੀਂ। ਮੈਂ ਇੱਕ ਦਾ ਉਪਾਸ਼ਕ ਹਾਂ, ਮੈਂ ਇੱਕ ਦਾ ਪੁਜਾਰੀ ਹਾਂ, ਮੈਂ 2 ਦਾ ਨਹੀਂ। ਮੇਰਾ ਮਾਲਕ ਇੱਕ ਹੈ। ਇੱਕ ਤੋਂ ਇਹ ਕੁਦਰਤ ਹੋਂਦ ਵਿੱਚ ਆਈ ਹੈ। ਇੱਕ ਓੰਕਾਰ ਸਤਨਾਮ, ਉਸ ਇੱਕ ਪਰਮਾਤਮਾ ਦਾ ਨਾਮ ਸਦੀਵੀ ਹੋਂਦ ਵਾਲਾ ਹੈ। ਕਰਤਾ ਪੁਰਖ, ਕਰਤਾ ਦਾ ਮੀਨਿੰਗ ਕ੍ਰੀਏਟਰ, ਬਣਾਉਣ ਵਾਲਾ, ਸਿਰਜਣ ਵਾਲਾ। ਤੇ ਪੁਰਖ ਦਾ ਮੀਨਿੰਗ ਹੁੰਦਾ ਹੈ ਬਣਾ ਕੇ ਤੇ ਆਪਣੀ ਕਿਰਤ ਵਿੱਚ ਬੈਠਾ ਹੋਇਆ, ਵਿਆਪਕ, ਵਸਿਆ ਹੋਇਆ। ਕਰਤਾ ਪੁਰਖ, ਪੂਰਿਆ ਹੋਇਆ। ਸਾਨੂੰ ਰੱਬ ਨੇ ਬਣਾਇਆ। ਸਾਡੀ ਘਾਟ ਤਾਂ ਪਰਮਾਤਮਾ ਨੇ ਘੜੀ ਕਿ ਜਾਂ ਕਿਸੇ ਮੈਡੀਕਲ ਸਾਇੰਸ ਨੇ। ਅੱਜ ਅਸੀਂ ਕਹਿੰਦੇ ਹਾਂ ਸਾਇੰਸ ਬਹੁਤ ਅੱਗੇ ਐਡਵਾਂਸ ਚੱਲ ਰਹੀ ਹੈ, ਦੁਨੀਆ ਸਾਇੰਸ ਦੇ ਪਿੱਛੇ ਦੌੜ ਪਈ, ਧਰਮ ਦੇ ਮਾਰਗ ਤੋਂ ਦੁਨੀਆ ਦੂਰ ਚਲੀ ਗਈ। ਸਾਡੀ ਘਾਟ ਤਾਂ ਸਾਇੰਸ ਨੇ ਘੜੀ ਕਿ ਰੱਬ ਨੇ ਘੜੀ ਹੈ? ਸਾਇੰਸ ਨੂੰ ਘੜਨ ਵਾਲਾ ਕੌਣ ਹੈ, ਬੰਦਾ ਕਿ ਰੱਬ? ਸਾਇੰਸ ਨੂੰ ਘੜਨ ਵਾਲਾ ਵੀ ਪਰਮਾਤਮਾ ਹੈ, ਕਿਉਂਕਿ ਬੰਦੇ ਨੂੰ ਰੱਬ ਨੇ ਘੜਿਆ ਤੇ ਬੰਦੇ ਨੇ ਅੱਗੇ ਸਾਇੰਸ ਘੜੀ ਹੈ। ਜੇ ਸਾਨੂੰ ਰੱਬ ਬਣਾਉਣ ਵਾਲਾ ਹੈ ਤੇ ਸਾਇੰਸ ਦੀ ਖੋਜ ਬੰਦੇ ਨੇ ਕੀਤੀ, ਤੇ ਫਿਰ ਮੂਲ ਕੌਣ ਹੋਇਆ, ਪਰਮਾਤਮਾ ਕਿ ਸਾਇੰਸ ਹੋਈ? ਮੂਲ ਪਰਮਾਤਮਾ ਹੈ ਸਾਡਾ, ਜਿਹਨੇ ਸਾਨੂੰ ਬਣਾਇਆ ਹੈ। ਬੰਦੇ ਨੇ ਅੱਗੇ ਤੋਂ ਅੱਗੇ ਚੀਜ਼ਾਂ ਦੀ ਖੋਜ ਕੀਤੀ, ਵਿਸਤਾਰ ਕੀਤਾ ਹੈ। ਦਿਮਾਗ, ਵਿਚਾਰ, ਗਿਆਨ ਬੰਦੇ ਦੇ ਅੰਦਰ ਕਿੰਨੇ ਪਾਇਆ? ਰੱਬ ਨੇ। ਫਿਰ ਰੱਬ ਸਭ ਤੋਂ ਵੱਡਾ ਹੋਇਆ ਕਿ ਸਾਇੰਸ ਵੱਡੀ ਹੋਈ? ਰੱਬ ਵੱਡਾ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਹੁਤ ਵੱਡਾ ਮਾਲਕ, ਸਾਨੂੰ ਬਣਾਉਣ ਵਾਲਾ ਤੇ ਸਾਡੇ ਵਿੱਚ ਬੈਠਾ। ਫਿਰ ਉਹਦਾ ਗੁਣ ਕੀ ਹੈ? ਨਿਰਭਉ। ਭਉ ਦਾ ਮੀਨਿੰਗ ਹੁੰਦਾ ਡਰ, ਤੇ ਨਿਰਭਉ ਦਾ ਕੀ ਅਰਥ ਹੋਏਗਾ ਜੀ? ਨਿਡਰ, ਜਿਹਨੂੰ ਡਰ ਕੋਈ ਨਹੀਂ। ਰੱਬ ਨੂੰ ਕਿਸੇ ਦਾ ਡਰ ਨਹੀਂ ਹੈ, ਰੱਬ ਕਿਸੇ ਤੋਂ ਭੈ ਖਾਂਦਾ ਹੀ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਜੇ ਰੱਬ ਨਿਡਰ ਹੈ ਨਾ, ਤੇ ਰੱਬ ਨੂੰ ਜਪਣ ਵਾਲਾ ਵੀ ਕਿਸੇ ਤੋਂ ਡਰਦਾ ਨਹੀਂ। ਜਿਹੜਾ ਰੱਬ ਨੂੰ ਜਪਣ ਵਾਲਾ, ਜਿਹਦਾ ਰੱਬ ਤੇ ਵਿਸ਼ਵਾਸ ਹੈ, ਉਹਨੂੰ ਵੀ ਕਿਸੇ ਦੀ ਪਰਵਾਹ ਨਹੀਂ। ਸੋਦਰ ਬਾਣੀ ਦਾ ਪਾਠ, ਰਹਿ ਰਾਜ ਸਾਹਿਬ ਦਾ ਪਾਠ ਆਪਣੇ ਵਿੱਚੋਂ ਕਿੰਨੇ ਕੁ ਕਰਦੇ ਨੇ ਆਪਾਂ ਸਭ ਨੂੰ ਪਤਾ ਹੈ। ਜਿਹੜੇ ਕਰਦੇ ਜਗਿਆਸੂ ਜਨ, ਸੋ ਪੁਰਖ ਨਿਰੰਜਨ ਵਾਲਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਜ਼ਰੂਰ ਧਿਆਨ ਦਿਓ। ਮੇਰੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ। ਜਿਨ੍ਹਾਂ ਨੇ ਨਿਰਭਉ ਪ੍ਰਭੂ ਜੀ ਨੂੰ ਜਪਿਆ ਹੈ, ਉਹਨਾਂ ਦਾ ਸਾਰਾ ਭਉ ਰੱਬ ਖਤਮ ਕਰ ਦਿੰਦਾ ਹੈ। ਬਾਣੀ ਦੇ ਵਿੱਚ ਅੰਮ੍ਰਿਤ ਬਚਨ ਆਉਂਦਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਹਨੇ ਨਿਰਭਉ ਨੂੰ ਜਪਿਆ, ਉਹਦੀ ਜ਼ਿੰਦਗੀ ਵਿੱਚ ਕੋਈ ਡਰ ਨਹੀਂ ਕਿਸੇ ਦਾ। ਰੱਬ ਨਿਰਭਉ ਹੈ। ਅਗਲਾ ਗੁਣ ਹੈ ਰੱਬ ਨਿਰਵੈਰ। ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਵੈਰ ਰਹਿਤ ਹੈ। ਤੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਗੁਰੂ ਕੀ ਬਾਣੀ ਪੜ੍ਹਨ ਵਾਲਾ ਹੈ, ਉਹਦਾ ਵੀ ਕਿਸੇ ਨਾਲ ਵੈਰ ਕੋਈ ਨਹੀਂ। ਕਿ ਹੋਣਾ ਚਾਹੀਦਾ ਹੈ? ਬਾਣੀ ਪੜ੍ਹਨ ਵਾਲੇ ਦਾ ਵੈਰ ਕਿਸੇ ਨਾਲ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ। ਬਾਣੀ ਪੜ੍ਹਨ ਵਾਲਾ ਤੇ ਆਪਣੇ ਜੀਵਨ ਦੇ ਵਿੱਚ ਥਿਊਰੀ ਕਮਾਉਂਦਾ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਗੁਰਬਾਣੀ ਪੜ੍ਹਨ ਵਾਲਾ ਤੇ ਕਹਿੰਦਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਰੱਬ ਨਿਰਵੈਰ ਹੈ, ਤੇ ਰੱਬ ਨੂੰ ਜਪਣ ਵਾਲਾ ਵੀ ਨਿਰਵੈਰ ਹੈ, ਵੈਰ ਰਹਿਤ ਹੈ। ਇਹੀ ਕਾਰਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਫਲਸਫਾ ਦਿੱਤਾ ਹੈ ਨਾ, ਉਹ ਬੜਾ ਲਾਮਿਸਾਲ ਹੈ। ਮੈਂ ਅਕਸਰ ਕਈ ਵਾਰੀ ਅਰਜ਼ ਕਰਿਆ ਕਰਨਾ, ਅਰਦਾਸ ਕਰਦੇ ਆ ਨਾ ਅਸੀਂ, ਖਲੋਂਦੇ ਜ਼ਰੂਰ ਹਾਂ ਅਰਦਾਸ ਵਿੱਚ, ਪਰ ਖਿਮਾ ਕਰਿਓ ਇਕਾਗਰਤਾ ਬਹੁਤ ਘੱਟ ਹੁੰਦੀ ਹੈ। ਅਰਦਾਸ ਆਪਾਂ ਜਿੰਨੀ ਮਰਜ਼ੀ ਲੰਬੀ ਕਰ ਲਈਏ, ਹਿਸਟਰੀ ਦੁਹਰਾ ਲਈਏ, ਮਾਲਕ ਦੇ ਦਰ ਤੋਂ ਮੰਗਾ ਮੰਗ ਲਈਏ, ਜਿੰਨੀ ਮਰਜ਼ੀ ਲੰਬੀ ਅਰਦਾਸ ਕਰ ਲਓ, ਪਰ ਜਦੋਂ ਤੱਕ ਤੁਸੀਂ ਲਾਸਟ ਵੀ ਜਾ ਕੇ ਅਰਦਾਸ ਦੇ ਇਹ ਮੋਹਰ ਨਹੀਂ ਲਾਉਂਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਰਦਾਸ ਮੁਕੰਮਲ ਨਹੀਂ ਹੁੰਦੀ। ਇਹ ਸਾਡੀ ਰੋਜ਼ਾਨਾ ਦੀ ਅਰਦਾਸ ਹੈ ਨਾ, ਮੈਂ ਆਪਣੇ ਕੋਲੋਂ ਤਾਂ ਕੁਝ ਨਹੀਂ ਕਹਿ ਰਿਹਾ। ਆਪਾਂ ਹਰ ਰੋਜ਼ ਅਰਦਾਸ ਕਰਨੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤੇ ਜਦੋਂ ਤੱਕ ਸਰਬੱਤ ਦੇ ਭਲੇ ਦੀ ਤੁਹਾਡੇ ਅੰਦਰ ਭਾਵਨਾ ਨਹੀਂ, ਅਰਦਾਸ ਮਾਲਕ ਕਿਵੇਂ ਸੁਣ ਲਏਗਾ? ਆਪਾਂ ਕਿਸੇ ਦਾ ਬੁਰਾ ਸੋਚ ਰਹੇ ਹੋਈਏ, ਕਿਸੇ ਦਾ ਬੁਰਾ ਕਰਨ ਦਾ ਖਿਆਲ ਚੱਲ ਰਿਹਾ, ਕੀ ਮਾਲਕ ਬੁਰਾ ਖਿਆਲ ਕਰਨ ਵਾਲੇ ਦੀ ਅਰਦਾਸ ਸੁਣ ਲਏਗਾ ਕਿ ਤੂੰ ਕਰ ਬੁਰਾ ਕਿਸੇ ਦਾ ਜਾ ਕੇ? ਨਹੀਂ ਨਾ ਸੁਣੇਗਾ ਰੱਬ ਅਰਦਾਸ। ਤੇ ਜਿਹੜਾ ਇਹ ਸਰਬੱਤ ਦਾ ਭਲਾ ਜਿਹੜਾ ਹੈ ਨਾ, ਇਹ ਨਿਰਵੈਰ ਦਾ ਪ੍ਰਤੀਕ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਸਿੱਖ ਹਿਸਟਰੀ ਪੜ੍ਹ ਕੇ ਦੇਖੋ, ਸਿੱਖ ਇਤਿਹਾਸ, ਸਿੱਖਾਂ ਤੇ ਬੜੇ ਜ਼ੁਲਮ, ਬੜੇ ਤਸ਼ੱਦਦ, ਬੜੇ ਅਤਿਆਚਾਰ, ਬੜੀ ਬੇਇਨਸਾਫੀ, ਬੜਾ ਅਨਿਆਂ ਹਰ ਹੁਕਮਰਾਨ ਹਕੂਮਤ ਦੇ ਵੱਲੋਂ ਹੁੰਦਾ ਆਇਆ, ਹੋ ਰਿਹਾ ਤੇ ਹੁੰਦਾ ਰਹੇਗਾ। ਪਰ ਸਿੱਖ ਐਸੀ ਬੇਇਨਸਾਫੀ, ਅਤਿਆਚਾਰ, ਅਨਿਆਂ ਨੂੰ ਦੇਖ ਕੇ ਇਹ ਨਹੀਂ ਭੁੱਲੇਗਾ ਕਿ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਛੱਡ ਦਿਆਂਗਾ। ਤਾਂ ਫਿਰ ਵੀ ਅਰਦਾਸ ਸਰਬੱਤ ਦੇ ਭਲੇ ਦੀ ਕਰੇਗਾ। ਉਹ ਆਪਣੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਕੌਮ ਕਬੀਲੇ ਦੇ ਨਾਲ
ਕੋਈ ਬੇਇਨਸਾਫੀ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਲੈਂਦਾ ਹੈ, ਪਰ ਜਦੋਂ ਅਰਦਾਸ ਕਰੇਗਾ, ਅਰਦਾਸ ਦੇ ਲਫ਼ਜ਼ ਹੋਣਗੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਨਿਰਵੈਰਤਾ ਦਾ ਪ੍ਰਤੀਕ ਹੈ ਜੀ। ਵੈਰ ਕਰਨ ਵਾਲਿਆਂ ਨਾਲ ਸਿੱਖ ਕਦੇ ਵੈਰ ਨਹੀਂ ਕਮਾਉਂਦਾ। ਨਿਰਵੈਰ ਅਕਾਲ ਮੂਰਤ, ਰੱਬ ਦੀ ਜਿਹੜੀ ਹੋਂਦ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਕਾਲ ਰਹਿਤ ਹੈ, ਅਜੂਨੀ। ਪਰਮਾਤਮਾ ਜੂਨਾਂ ਵਿੱਚ ਕਦੇ ਨਹੀਂ ਆਉਂਦਾ, ਉਹ ਜੰਮਦਾ ਮਰਦਾ ਨਹੀਂ। ਸਹਿਭੰਗ ਸਵੈਮਾਨ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਕਿਰਪਾ ਦੁਆਰਾ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਸ਼ਬਦ ਅੰਦਰ। ਰਹਾਉ ਦੀ ਪੰਕਤੀ ਹੈ ਜੀ, ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਹਉਮੈ ਦਾ ਖੰਡਨ ਗੁਰਬਾਣੀ ਦੇ ਵਿੱਚ ਬਹੁਤ ਵਾਰ ਕੀਤਾ ਗਿਆ ਹੈ। ਹਉਮੈ ਨੂੰ ਦੀਰਘ ਰੋਗ ਵੀ ਕਿਹਾ ਹੈ। ਹਉਮੈ ਦੀ ਜਿਹੜੀ ਬੁਰੀ ਹੈ ਉਹ ਸਾਧ ਸੰਗਤ ਇਹ ਹੈ ਕਿ ਡਿਵਾਈਡ ਐਂਡ ਰੂਲ। ਸਿਆਸਤ, ਰਾਜਨੀਤੀ, ਉਹਦਾ ਕੰਮ ਕੀ ਹੈ ਕਿ ਲੋਕਾਂ ਨੂੰ ਤੋੜ ਕੇ ਰੱਖੋ ਤੇ ਆਪਣਾ ਰਾਜ ਕਾਇਮ ਰੱਖੋ। ਧੜੇ ਬਣੇ ਰਹਿਣਗੇ ਤੇ ਸਾਡਾ ਰਾਜ ਕਾਇਮ ਰਹੇਗਾ। ਜਿਸ ਦਿਨ ਲੋਕ ਇੱਕ ਹੋ ਗਏ ਉਦੋਂ ਸਾਡਾ ਰਾਜ ਕਾਇਮ ਨਹੀਂ। ਇਹ ਰਾਜਨੀਤੀ ਦੀ ਥਿਊਰੀ ਹੈ। ਦੋ ਭਰਾਵਾਂ ਦੇ ਵਿੱਚ ਵਖਰੇਵਾਂ ਪੈਦਾ ਕਰ ਦਿਓ ਤੇ ਉਹਨਾਂ ਤੇ ਆਪਣਾ ਰਾਜ ਕਰੋ। ਜੇ ਭਰਾ ਦੋ ਇਕੱਠੇ ਬੈਠ ਗਏ, ਸਾਨੂੰ ਕਿਸੇ ਤੀਜੇ ਨੂੰ ਪੁੱਛਣਾ ਨਹੀਂ। ਇਸੇ ਤਰ੍ਹਾਂ ਹਉਮੈ ਹੈ। ਹਉਮੈ ਪ੍ਰਮਾਤਮਾ ਤੇ ਜੀਵ ਦੇ ਦਰਮਿਆਨ ਵਿਥ ਪੈਦਾ ਕਰਕੇ ਜੀਵ ਤੇ ਰਾਜ ਕਰਦੀ ਹੈ। ਹਉਮੈ ਦੇ ਵਿੱਚ ਮਨੁੱਖ ਦੁਖੀ ਹੈ। ਹਉਮੈ ਦੇ ਵਿੱਚ ਮਨੁੱਖ ਪਰੇਸ਼ਾਨ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭੋਲਿਆ ਹਉਮੈ ਸੁਰਤ ਵਿਸਾਰ। ਹਉਮੈ ਦੀ ਜਿਹੜੀ ਸੁਰਤ ਹੈ ਨਾ, ਇਹਨੂੰ ਅੰਦਰੋਂ ਤਿਆਗ ਦੇ। ਹਉਮੈ ਦੀ ਜਿਹੜੀ ਤੇਰੇ ਅੰਦਰ ਵਿਚਾਰ ਹੈ ਇਹਨੂੰ ਅੰਦਰੋਂ ਕੱਢ ਦੇ। ਮੈਂ ਮੇਰੀ ਦਾ ਭਾਵ ਅੰਦਰੋਂ ਤਿਆਗ ਦੇ। ਔਰ ਸਾਹਿਬ ਕਹਿੰਦੇ ਨੇ, ਹਉਮੈ ਮਾਰ ਵਿਚਾਰ ਮਨ। ਹੇ ਮਨ, ਆਪਣੇ ਅੰਦਰੋਂ ਹਉਮੈ ਨੂੰ ਮਾਰ। ਵਿਚਾਰ ਦਾ ਅਰਥ ਹੈ ਹੋਸ਼ ਕਰ, ਸਮਝ ਇਸ ਗੱਲ ਨੂੰ। ਹਉਮੈ ਨੂੰ ਆਪਣੇ ਅੰਦਰੋਂ ਮਾਰ, ਗੁਣ ਵਿੱਚ ਗੁਣ ਲੈ ਸਾਰ। ਸਾਹਿਬ ਕਹਿੰਦੇ ਨੇ, ਪਰਮੇਸ਼ਰ ਦੇ ਸ੍ਰੇਸ਼ਟ ਗੁਣਾਂ ਦੇ ਵਿੱਚੋਂ ਚੰਗਾ ਗੁਣ ਆਪਣੇ ਅੰਦਰ ਸੰਭਾਲ ਲੈ। ਹਉਮੈ ਗੁਣ ਨਹੀਂ ਹੈ, ਹਉਮੈ ਅਵਗੁਣ ਹੈ। ਹਉਮੈ ਨੂੰ ਕਿਧਰੇ ਵੀ ਗੁਰਬਾਣੀ 'ਚ ਗੁਣ ਨਹੀਂ ਕਿਹਾ ਗਿਆ। ਸਗੋਂ ਗੁਰੂ ਸਾਹਿਬ ਜੀ ਨੇ ਕਿਰਪਾ ਬਾਣੀ ਦੇ ਵਿੱਚ ਕੀਤੀ ਕਿ ਜਦੋਂ ਤੱਕ ਬੰਦਾ ਮੈਂ ਮੇਰੀ ਦੇ ਵਿੱਚ ਫਸਿਆ ਰਹਿੰਦਾ ਹੈ ਨਾ, ਇਹਦੇ ਜੀਵਨ ਦਾ ਇੱਕ ਵੀ ਕਾਰਜ ਨੇਪਰੇ ਨਹੀਂ ਚੜ੍ਹਦਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਏਕ ਕਾਰਜ, ਮੇਨ ਕੰਮ ਕੀ ਹੈ ਸਾਡਾ? ਰੱਬ ਦੀ ਬੰਦਗੀ ਕਰਨੀ। ਮੇਨ ਕਾਰਜ ਕੀ ਹੈ ਸਾਡਾ? ਕਿ ਮਾਨਸਿਕ ਤੌਰ 'ਤੇ ਅਸੀਂ ਸੰਤੁਸ਼ਟ ਹੋਈਏ। ਅਤੇ ਜਦੋਂ ਸਾਡਾ ਮਨ ਸੰਤੁਸ਼ਟ ਨਹੀਂ ਹੈ, ਅਸੀਂ ਭਟਕ ਰਹੇ ਹਾਂ, ਦੌੜ ਭੱਜ ਕਰ ਰਹੇ ਹਾਂ। ਬੰਦਾ ਸੁੱਖ ਦੇ ਲਈ ਦੌੜ ਭੱਜ ਕਰਦਾ ਹੈ ਨਾ, ਤੇ ਸਾਰੀ ਜ਼ਿੰਦਗੀ ਦੌੜ ਭੱਜ ਕਰਦਾ ਰਹੇ, ਸੁਖੀ ਇੱਕ ਦਿਨ ਵੀ ਨਾ ਬੈਠੇ, ਉਹਦੀ ਦੌੜ ਭੱਜ ਕਿਸ ਲਿਖੇ? ਉਹਦੀ ਕੀਤੀ ਹੋਈ ਮਿਹਨਤ ਕਿਸ ਲਿਖੇ ਹੈ? ਤੇ ਦੌੜ ਭੱਜ ਮਿਟਦੀ ਕਦੋਂ ਹੈ? ਜਦੋਂ ਇਹ ਪਰਮਾਤਮਾ ਦੀ ਬੰਦਗੀ ਨਾਲ ਜੁੜੇਗਾ, ਮਿਹਨਤ ਕਰੇਗਾ, ਕਿਰਤ ਕਰੇਗਾ, ਕਮਾਈ ਕਰੇਗਾ, ਮਜ਼ਦੂਰੀ ਕਰੇਗਾ, ਪਰ ਦੌੜ ਭੱਜ ਨਹੀਂ ਹੋਏਗੀ। ਕਹੇਗਾ ਰੱਬ ਦਾ ਸ਼ੁਕਰ ਹੈ ਪਰਮਾਤਮਾ ਨੇ 2 ਫੁਲਕੇ ਖਾਣ ਲਈ ਦਿੱਤੇ ਨੇ।
ਸਿਰ ਲਕਾਉਣ ਦੇ ਲਈ ਛੱਤ ਦਿੱਤੀ ਹੈ, ਪਹਿਨਣ ਦੇ ਲਈ ਤਨ ਤੇ ਰੱਬ ਨੇ 2 ਗਜ ਕੱਪੜਾ ਦਿੱਤਾ ਹੋਇਆ ਹੈ। ਸ਼ੁਕਰ ਹੈ ਪਰਮਾਤਮਾ ਦਾ। ਪਰ ਜਦੋਂ ਪਰਮਾਤਮਾ ਦੀ ਬੰਦਗੀ ਨਾਲੋਂ ਟੁੱਟ ਗਏ, ਹਉਮੈ ਆ ਗਈ, ਬੰਦੇ ਦੇ ਕੋਲ ਇੱਕ ਛੱਤ ਦੀ ਬਜਾਏ 10 ਛੱਤਾਂ ਵੀ ਕਿਉਂ ਨਾ ਸਿਰ ਲੁਕਾਉਣ ਲਈ ਹੋਣ, ਇੱਕ ਪਕਵਾਨ ਦੀ ਬਜਾਏ 36 ਪ੍ਰਕਾਰ ਦੇ ਪਦਾਰਥਾਂ ਦੇ ਢੇਰ ਕਿਉਂ ਨਾ ਲੱਗੇ ਹੋਣ, ਫਿਰ ਵੀ ਸੰਤੁਸ਼ਟੀ ਨਹੀਂ, ਬੰਦਾ ਦੌੜਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਐਸਾ ਜੀਵਨ ਕਿਸ ਲਿਖੇ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਅਗਲੀ ਪੰਕਤੀ ਦੇਖੋ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਰੱਬ ਆਪ ਆਪਣੇ ਸੇਵਕ ਦੇ ਕਾਜ ਸਵਾਰਦਾ ਹੈ। ਜਦੋਂ ਮੈਂ ਅੰਦਰੋਂ ਮਿਟ ਗਈ ਕਿ ਮੈਂ ਨਹੀਂ, ਪਰਮਾਤਮਾ ਕਰ ਰਿਹਾ ਹੈ। ਜਿਵੇਂ ਨਾਮਦੇਵ ਜੀ ਕਹਿੰਦੇ ਨੇ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮਾਤਮਾ ਕਰੇਗਾ ਉਹੀ ਕੁਝ ਹੋਵੇਗਾ, ਮੇਰਾ ਕੀਤਾ ਕੁਝ ਨਹੀਂ ਹੋਣਾ। ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਹੇ ਮਨ, ਹਉਮੈ ਨੂੰ ਮਾਰ, ਹੋਸ਼ ਕਰ, ਵਿਚਾਰ ਕਰ, ਪਰਮਾਤਮਾ ਦੇ ਬੇਅੰਤ ਗੁਣਾਂ ਦੇ ਵਿੱਚੋਂ ਆਪਣੇ ਅੰਦਰ ਸ੍ਰੇਸ਼ਟ ਗੁਣ ਇੱਕ ਅੱਧਾ ਸੰਭਾਲ ਲੈ। ਗੁਣ ਲੈ ਸਾਰ ਦਾ ਮੀਨਿੰਗ ਹੁੰਦਾ ਹੈ ਸੰਭਾਲਣਾ। ਆਪਣੇ ਅੰਦਰ ਗੁਣ ਸੰਭਾਲ ਲੈ। ਹਉਮੈ ਅਵਗੁਣ ਹੈ। ਗੁਰੂ ਰਾਮਦਾਸ ਮਹਾਰਾਜ ਜੀ ਤੇ ਹਉਮੈ ਨੂੰ ਕੰਡੇ ਦੇ ਨਾਲ ਤਸ਼ਬੀਹ ਦਿੰਦੇ ਨੇ। ਕੰਡੇ ਨਾਲ, ਕੰਡਾ ਪੈਰ ਵਿੱਚ ਚੁੱਭ ਜਾਏ ਨਾ ਤੇ ਤੁਰਦਿਆਂ ਅਸੀਂ ਖੁਸ਼ ਤੇ ਨਹੀਂ ਹੁੰਦੇ ਕਿ ਮੇਰੇ ਕੰਡਾ ਚੁੱਭ ਰਿਹਾ, ਬਹੁਤ ਚੰਗਾ ਲੱਗ ਰਿਹਾ ਹੈ। ਬੰਦਾ ਦੁਖੀ ਹੁੰਦਾ ਨਾ, ਕੰਡਾ ਚੁੱਭਦਾ ਹੈ। ਬੇਸ਼ੱਕ ਕਿੰਨੀ ਨਰਮ ਕੂਲੀ ਕੋਮਲ ਜੁੱਤੀ ਵੀ ਪੈਰੀਂ ਪਾ ਲੈ ਕਿ ਦਰਦ ਨਾ ਹੋਵੇ, ਪਰ ਫਿਰ ਵੀ ਦਰਦ ਹੁੰਦੀ ਹੈ। ਬੰਦਾ ਕਹਿੰਦਾ ਮੈਨੂੰ ਕੰਡੇ ਨੇ ਬਹੁਤ ਸਤਾਇਆ ਹੋਇਆ, ਪੈਰ ਵਿੱਚ ਕੰਡਾ ਚੁਭਿਆ ਹੋਇਆ ਹੈ। ਜਦੋਂ ਤੱਕ ਇਹ ਮੇਰੇ ਪੈਰ ਵਿੱਚੋਂ ਕੰਡਾ ਨਿਕਲਦਾ ਨਹੀਂ, ਤਦੋਂ ਤੱਕ ਮੈਨੂੰ ਸੁੱਖ ਨਹੀਂ ਹੈ। ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ, ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਮਹਾ ਮਾ ਮੁਬਾਰਕੀ ਚੜਿਆ ਸਦਾ ਬਸੰਤ, ਪਰ ਫੜ ਚਿੱਤ ਸੰਭਾਲ ਸੋਏ, ਸਦਾ ਸਦਾ ਗੋਬਿੰਦ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਮਨ, ਜੇ ਤੂੰ ਆਪਣੇ ਅੰਦਰੋਂ ਹਉਮੈ ਨੂੰ ਤਿਆਗ ਦੇਵੇਂ, ਤੇਰੇ ਆਤਮਿਕ ਜੀਵਨ ਦੇ ਵਿੱਚ ਮਹਾ ਮਾ ਮੁਬਾਰਕੀ, ਮੁਬਾਰਕ ਦਾ ਅਰਥ ਹੁੰਦਾ ਮੁਬਾਰਕਾਂ, ਵਧਾਈਆਂ, ਚੜ੍ਹਦੀ ਕਲਾ। ਮਹਾ ਮਾ ਦਾ ਅਰਥ ਹੈ ਬਹੁਤ ਵੱਡੀਆਂ ਵੱਡੀਆਂ ਮੁਬਾਰਕਾਂ। ਕਈ ਵਾਰੀ ਕਿਸੇ ਬੰਦੇ ਨੂੰ ਕਾਮਯਾਬੀ ਮਿਲ ਜਾਏ, ਕੋਈ ਜੀਵਨ ਦੇ ਵਿੱਚ ਸਫਲਤਾ ਮਿਲ ਜਾਏ, ਜੋਬ ਦੇ ਵਿੱਚ ਪ੍ਰਮੋਸ਼ਨ ਹੋ ਜਾਏ, ਆਪਾਂ ਵਧਾਈਆਂ ਦਿੰਦੇ। ਬੱਚੇ ਦਾ ਜਨਮ ਹੋਵੇ, ਮਕਾਨ ਬਣਾਇਆ ਹੋਵੇ, ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋ ਕਹਿੰਦੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਭਾਵ ਇਹ ਕਹਿਣ ਤੋਂ ਹੈ ਕਿ ਤੁਹਾਨੂੰ ਚੜ੍ਹਦੀ ਕਲਾ ਹੋਰ ਪਰਮਾਤਮਾ ਬਖਸ਼ੇ। ਵਧਾਈਆਂ ਦਾ ਤੇ ਮੁਬਾਰਕਾਂ ਦਾ ਮੀਨਿੰਗ ਇਹੀ ਹੁੰਦਾ ਹੈ ਕਿ ਪਰਮਾਤਮਾ ਨੇ ਤਰੁੱਠ ਕੇ ਤੁਹਾਨੂੰ ਦਾਤ ਦਿੱਤੀ ਹੈ, ਹੋਰ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ। ਇਹ ਦੁਨਿਆਵੀ ਤੌਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮਹਾ ਮਾ ਮੁਬਾਰਕੀ, ਮਹਾ ਮਹਾ ਮੁਬਾਰਕਾਂ, ਬਹੁਤ ਬਹੁਤ ਵਧਾਈਆਂ, ਚੜ੍ਹਦੀ ਕਲਾ, ਚੜ੍ਹਿਆ ਸਦਾ ਬਸੰਤ। ਇੱਥੇ ਬਸੰਤ ਰੁੱਤ ਆਉਂਦੀ ਹੈ, ਬਸੰਤ ਦਾ ਮਹੀਨਾ ਹੈ। ਆ ਮਾਘ ਦੇ ਵਿੱਚ ਨਾ ਸ਼ੁਰੂ ਹੁੰਦੀ ਹੈ ਬਸੰਤ। ਆਪਾਂ ਸੁਣਾਂਗੇ ਹਰਿਮੰਦਰ ਸਾਹਿਬ ਤੋਂ ਤਕਰੀਬਨ ਗੁਰੂ ਕੇ ਕੀਰਤਨੀਏ ਗਾਇਨ ਕਰਦੇ ਨੇ ਬਸੰਤ ਰਾਗ ਦੀ, ਕੋਈ ਨਾ ਕੋਈ ਸ਼ਬਦ ਬਸੰਤ ਰਾਗ ਦਾ, ਕੋਈ ਨਾ ਕੋਈ ਸ਼ਲੋਕ ਜ਼ਰੂਰ ਪੜ੍ਹਦੇ ਨੇ।
ਔਰ ਗੁਰਬਾਣੀ ਨੂੰ ਕਦੇ ਆਪਾਂ ਵਿਚਾਰ ਕੇ ਦੇਖੇ, ਸਤਿਗੁਰੂ ਕਹਿੰਦੇ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਬਸੰਤ ਉਹਨਾਂ ਦੇ ਜੀਵਨ ਵਿੱਚ ਹੈ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਖਸਮ ਬੈਠਾ ਹੈ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਨਿਸ ਫਿਰੈ ਜਲੰਤ। ਜਲੰਤ ਮੈਨੂੰ ਜਲਦੇ ਫਿਰਦੇ ਹਨ, ਜਿਨ੍ਹਾਂ ਦਾ ਪਤੀ ਪਰਦੇਸ ਗਿਆ ਹੋਵੇ, ਭਾਵ ਕਿ ਜਿਨ੍ਹਾਂ ਨੇ ਰੱਬ ਨੂੰ ਵਿਸਾਰਿਆ ਹੋਇਆ ਉਹ ਦਿਨ ਰਾਤ ਅੰਦਰੂਨੀ ਤੌਰ 'ਤੇ ਸੜਦੇ ਫਿਰਦੇ ਨੇ। ਬਾਹਰ ਬਸੰਤ ਵੀ ਚੜ੍ਹਿਆ ਹੋਇਆ ਹੈ ਪਰ ਅੰਦਰ ਮੁਰਝਾਇਆ ਹੋਇਆ ਹੈ। ਇੱਥੇ ਸਤਿਗੁਰੂ ਚੜ੍ਹਿਆ ਸਦਾ ਬਸੰਤ। ਬਸੰਤ ਮੀਨਿੰਗ ਪਰਮਾਤਮਾ, ਚੜ੍ਹਿਆ ਦਾ ਮੀਨਿੰਗ ਪ੍ਰਗਟ ਹੋਇਆ, ਸਦਾ ਸਦੀਵੀ ਕਾਲ ਰਹਿਣ ਵਾਲਾ ਪਰਮਾਤਮਾ। ਇਹ ਮਨ ਜੇ ਹਉਮੈ ਤਿਆਗ ਦੇਵੇਂ, ਤੇਰੇ ਅੰਦਰ ਪਰਮਾਤਮਾ ਸਦੀਵੀ ਕਾਲ ਲਈ ਪ੍ਰਗਟ ਹੋ ਜਾਏ। ਫਿਰ ਚੜ੍ਹਦੀ ਕਲਾ ਹਰ ਵੇਲੇ। ਖਾਲਸੇ ਦੀ ਚੜ੍ਹਦੀ ਕਲਾ ਕਿਉਂ ਹੈ? ਕਿਸੇ ਕੌਮ ਦੇ ਵਿੱਚ ਚੜ੍ਹਦੀ ਕਲਾ ਨਹੀਂ, ਖਾਲਸੇ ਦੇ ਵਿੱਚ ਚੜ੍ਹਦੀ ਕਲਾ ਹੈ। ਹੈਰਾਨ ਹੋਈਦਾ ਜਦੋਂ ਇਤਿਹਾਸ, ਸਿੱਖ ਇਤਿਹਾਸ ਪੜ੍ਹੀਦਾ ਨਾ, ਆਪਣੇ ਪਰਿਵਾਰਾਂ ਦੇ ਪਰਿਵਾਰ ਕੁਰਬਾਨ ਕਰਨ ਵਾਲੇ ਮਰਜੀਵੜੇ, ਜੇ ਕਿਸੇ ਨੇ ਪੁੱਛਿਆ ਕਿਹੋ ਜਿਹਾ ਜੀਵਨ ਹੈ, ਕਿਤੇ ਬੜੀ ਚੜ੍ਹਦੀ ਕਲਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਜਦੋਂ 1762 ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ, 1762 ਦੇ ਵਿੱਚ 1762 ਵਿੱਚ ਘੱਲੂਘਾਰਾ ਵਾਪਰਿਆ। ਇੱਕ ਦਿਨ ਦੇ ਵਿੱਚ 30-35 ਹਜ਼ਾਰ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਸਨ, ਇੱਕ ਦਿਨ ਦੇ ਵਿੱਚ। ਇਹ ਸਾਡੀ ਹਿਸਟਰੀ ਹੈ, ਇਤਿਹਾਸ ਹੈ। ਸ਼ਾਮ ਪੈ ਗਈ, ਸੂਰਜ ਅਸਤ ਹੋ ਰਿਹਾ ਹੈ, ਜੰਗ ਬੰਦੀ ਦਾ ਐਲਾਨ ਹੋ ਗਿਆ ਕਿ ਰਾਤ ਨੂੰ ਜੰਗ ਨਹੀਂ ਕੀਤਾ ਜਾਏ, ਕਿਉਂਕਿ ਉਸ ਵੇਲੇ ਸਾਧਨ ਨਹੀਂ ਸਨ। ਸ਼ਾਮ ਪੈ ਗਈ, ਜੰਗ ਬੰਦ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਆਪਣੇ ਖੈਮੇ ਦੇ ਵਿੱਚ ਬੈਠਾ ਹੈ। ਫੌਜ ਉਹਦੇ ਵੀ ਬੜੇ ਮਰ ਗਏ, ਸਿਪਾਹੀ ਫੌਜ ਦੇ ਜਵਾਨ ਬੜੇ ਉਹਦੇ ਵੀ ਖਤਮ ਹੋਏ। ਇੱਧਰ ਗੁਰੂ ਕਾ ਖਾਲਸਾ ਜਿਹੜਾ ਇਹ ਵੀ ਇਕੱਠਾ ਹੋ ਕੇ ਬੈਠਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਸੂਈਆ ਭੇਜਿਆ, ਕਹਿਣ ਲੱਗੇ ਜਾ ਕੇ ਪਤਾ ਕਰੋ ਸਿੱਖਾਂ ਦੇ ਵਿੱਚ ਅੱਜ ਇਹਨਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ ਹੈ, ਬੜੀਆਂ ਜਾਨਾਂ ਗਈਆਂ ਨੇ ਦਿਨੇ। ਇਹ ਅਹਿਮਦ ਸ਼ਾਹ ਅਬਦਾਲੀ ਨੇ ਆਪ ਆਈਡੀਆ ਲਗਾਇਆ ਕਿ ਇੰਨੇ ਕੁ ਇਹਨਾਂ ਦੇ ਸਾਥੀ ਸ਼ਹੀਦ ਹੋ ਗਏ, ਬੜੇ ਮਾਰੇ ਦਿਨੇ ਅੱਜ ਅਸਾਂ ਆਹੂ ਲਾਏ ਸਿੱਖਾਂ ਦੇ। ਤੇ ਦੇਖੋ ਜਾ ਕੇ ਇਹਨਾਂ ਦੇ ਹੌਸਲੇ ਟੁੱਟ ਗਏ ਹੋਣਗੇ, ਸਵੇਰੇ ਦਿਨ ਚੜ੍ਹਦਿਆਂ ਪੰਜਾਬ ਖਾਲੀ ਕਰ ਦੇਣਗੇ, ਅੱਗੇ ਤੋਂ ਇਹ ਮੇਰੇ ਰਸਤੇ 'ਚ ਰੁਕਾਵਟ ਨਹੀਂ ਬਣਨਗੇ। ਸੂਈਆ ਭੇਜਿਆ, ਸੂਈਆ ਚਲੇ ਗਿਆ ਖਾਲਸੇ ਦੇ ਦਰਬਾਰ ਵਿੱਚ। ਜਿਵੇਂ ਆਪਾਂ ਬੈਠੇ ਨਾ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ, ਇਸੇ ਤਰ੍ਹਾਂ ਸਾਰੇ ਸਿੱਖ, ਕਿਸੇ ਦੇ ਸਰੀਰ ਤੇ ਜ਼ਖਮਾਂ 'ਚ ਖੂਨ ਨਿਕਲ ਰਿਹਾ ਹੈ, ਕਿਸੇ ਦੇ ਕੋਈ ਨੁਕਸਾਨ, ਕਿਸੇ ਦਾ ਕੁਝ ਹੈ, ਉਹ ਸਾਰੇ ਬੈਠੇ ਨੇ। ਸੋਧਾ ਰਹਿਰਾਸ ਸਾਹਿਬ ਦਾ ਪਾਠ ਹੋਇਆ, ਅਰਦਾਸੀਏ ਨੇ ਅਰਦਾਸ ਕੀਤੀ। ਅਰਦਾਸ ਕਰਦਿਆਂ ਕਰਦਿਆਂ ਅਰਦਾਸੀਏ ਨੇ ਸ਼ਬਦ ਕਹੇ ਕਿ ਹੇ ਅਕਾਲ ਪੁਰਖ ਵਾਹਿਗੁਰੂ, 4 ਪਹਿਰ ਦਿਨ ਤੇਰੇ ਭਾਣੇ ਦੇ ਵਿੱਚ ਬੜੇ ਆਨੰਦ ਦਾ ਗੁਜ਼ਰਿਆ ਹੈ। 30-35 ਹਜ਼ਾਰ ਦਿਨੇ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਣ ਤੇ ਸੋਦਰ ਦਾ ਪਾਠ ਕਰਕੇ ਸਿੱਖ ਅਰਦਾਸ ਕਰਦਾ ਹੋਵੇ, ਖਾਲਸਾ ਅਰਦਾਸ ਕਰਦਾ ਹੋਵੇ ਕਿ ਹੇ ਪ੍ਰਮਾਤਮਾ ਤੇਰੇ ਭਾਣੇ ਦੇ ਵਿੱਚ 4 ਪਹਿਰ ਦਾ ਦਿਨ ਬੜੇ ਆਨੰਦ ਵਿੱਚ ਗੁਜ਼ਰਿਆ ਹੈ। ਰਾਤ ਆਈ ਹੈ ਤੇ ਭਾਣੇ ਦੇ ਵਿੱਚ ਆਨੰਦ ਦੀ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਇਸੇ ਤਰ੍ਹਾਂ ਫਿਰ ਆਪਣਾ ਪਿਆਰ ਬਖਸ਼ਿਸ਼ ਕਰਨਾ। ਤੇ ਅਖੀਰ ਤੇ ਲਫ਼ਜ਼ ਕਹਿ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਹਿੰਦੇ ਸੂਈਆ ਵਾਪਸ ਆਇਆ, ਆ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਕਹਿਣ ਲੱਗਾ ਕਿ ਇਸ ਕੌਮ ਨੂੰ ਦੁਨੀਆ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਕਿ ਕਾਰਨ, ਕਹਿੰਦਾ ਕਿ ਮੈਂ ਹੈਰਾਨ ਹਾਂ ਕਿ ਇੰਨੇ ਆਪਣੇ ਸਾਥੀ ਮਰਵਾ ਕੇ ਵੀ ਇਹ ਅਰਦਾਸ ਕਰਦੇ ਨੇ ਕਿ 4 ਪਹਿਰ ਦਾ ਦਿਨ ਬੜੇ ਆਨੰਦ ਵਿੱਚ ਗੁਜ਼ਰਿਆ ਹੈ। ਇਹਨਾਂ ਦੇ ਨੇੜੇ ਸੋਗ ਨਾਂ ਦੀ ਚੀਜ਼ ਕੋਈ ਨਹੀਂ, ਗਮ ਇਹਨਾਂ ਦੇ ਨੇੜੇ ਨਹੀਂ, ਦੁੱਖ ਇਹਨਾਂ ਦੇ ਨੇੜੇ ਨਹੀਂ। ਇਹ ਤੇ ਦੁੱਖਾਂ ਨੂੰ ਪਛਾੜਦੇ ਹਨ। ਕਹਿੰਦੇ ਨੇ ਹੈਰਾਨ ਹੋ ਕੇ
ਅਹਿਮਦ ਸ਼ਾਹ ਅਬਦਾਲੀ ਨੇ, ਜਿਵੇਂ ਬੰਦਾ ਬਹੁਤ ਪਰੇਸ਼ਾਨ ਜਿਹਾ ਹੋ ਜਾਂਦਾ ਨਾ ਕਈ ਵਾਰ, ਪਰੇਸ਼ਾਨ ਜਿਹਾ ਹੋ ਕੇ ਕਹਿਣ ਲੱਗਾ ਮੈਨੂੰ ਇਹਨਾਂ ਤੋਂ ਨਾ ਰਾਜ ਕਰਨ ਦੀ ਬੋ ਆਉਂਦੀ ਹੈ, ਕਿ ਕਦੇ ਵਕਤ ਆਏਗਾ ਪੰਜਾਬ ਦੀ ਧਰਤੀ ਤੇ ਖਾਲਸੇ ਦਾ ਰਾਜ ਹੋਏਗਾ। ਉਹ ਕਾਰਨ ਇਹ ਸੀ ਜਿਨ੍ਹਾਂ ਦੇ ਅੰਦਰ ਆ ਪ੍ਰਮਾਤਮਾ ਬਸੰਤ ਚੜ ਗਿਆ। ਬਸੰਤ ਦੇ ਵਿੱਚ ਖੇੜਾ ਆਉਂਦਾ ਨਾ ਕੁਦਰਤ ਦੇ ਅੰਦਰ, ਤੇ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਏ ਸਦੀਵੀ ਕਾਲ ਦਾ ਖੇੜਾ ਹੈ। ਇਸੇ ਹੀ ਰਾਗ ਦੀ ਇੱਕ ਵਾਰ ਹੈ ਜਿਹਦੀਆਂ ਕੇਵਲ 3 ਪੌੜੀਆਂ ਨੇ। ਬਸੰਤ ਕੀ ਵਾਰ, ਮਹਲ ਪੰਜਵਾਂ। ਪਹਿਲੀ ਪੰਕਤੀ ਦੇ ਵਿੱਚ ਪੰਚਮ ਗੁਰਦੇਵ ਕਹਿੰਦੇ ਨੇ, ਹਰ ਕਾ ਨਾਮ ਧਿਆਏ ਕੈ ਉਹ ਹਰਿਆ ਭਾਈ। ਪਰਮੇਸ਼ਰ ਦਾ ਨਾਮ ਜਪ ਕੇ, ਹਰੀ ਦਾ ਨਾਮ ਧਿਆ ਕੇ ਭਾਈ ਹਰਿਆ ਭਰਿਆ ਹੋ। ਪਰ ਫੜ ਚਿੱਤ ਸੰਭਾਲ ਸੋਏ। ਪਰ ਫੜ ਦਾ ਅਰਥ ਹੈ ਪ੍ਰਫੁੱਲਤ ਹੋਣਾ, ਖਿੜਨਾ। ਚਿੱਤ ਸੰਭਾਲ ਸੋਏ, ਹੇ ਚਿੱਤ ਤੂੰ ਖੇੜੇ ਵਿੱਚ ਆ। ਸੰਭਾਲ ਸੋਏ, ਉਸ ਪਰਮਾਤਮਾ ਨੂੰ ਚੇਤੇ ਕਰ, ਸੰਭਾਲ ਆਪਣੇ ਅੰਦਰ। ਸਦਾ ਸਦਾ ਗੋਬਿੰਦ, ਉਹ ਸ੍ਰਿਸ਼ਟੀ ਦਾ ਪਾਲਣਹਾਰ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਸਦੀਵੀ ਹੋਂਦ ਦਾ ਮਾਲਕ ਹੈ। ਉਹਨੂੰ ਆਪਣੇ ਅੰਦਰ ਸੰਭਾਲ ਤੇ ਖੇੜੇ ਦੇ ਵਿੱਚ ਰਿਹਾ ਕਰ। ਫਿਰ ਸਾਹਿਬ ਕਹਿੰਦੇ ਨੇ, ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਸ਼ਾਮ ਕਣੀ ਚੂਕਾ ਮਨ ਅਭਿਮਾਨ। ਮੈਂ ਅਰਜ਼ ਕੀਤੀ ਸੀ 2 ਤੁਕਿਆਂ ਵਾਲੇ ਸ਼ਬਦ ਨੇ, 2-2 ਤੁਕਾਂ ਨੇ, 4 ਬੰਦ ਸ਼ਬਦ ਨੇ, 4 ਪਦੇ ਹਨ। ਸਾਹਿਬ ਕਹਿੰਦੇ ਨੇ, ਕਰਮ ਪੇੜ, ਹਉਮੈ ਨੂੰ ਵਿਸਾਰ ਕੇ ਜਿਹੜਾ ਵੀ ਮਨੁੱਖ ਜੀਵਨ ਵਿੱਚ ਕਰਮ ਕਰਦਾ ਹੈ, ਹਉਮੈ ਨੂੰ ਤਿਆਗ ਕੇ, ਕਿਉਂਕਿ ਹਉਮੈ ਨੂੰ ਵਿਸਾਰਨ ਦਾ ਉਪਦੇਸ਼ ਸਾਹਿਬ ਨੇ ਦਿੱਤਾ, ਭੋਲਿਆ ਹਉਮੈ ਸੁਰਤ ਵਿਸਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਕਰਮ ਪੇੜ, ਆ ਦਰਖਤ ਜਿਵੇਂ ਹੈ, ਹਉਮੈ ਨੂੰ ਵਿਸਾਰ ਕੇ ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚ ਧਰਮ ਕਰਮ ਕਰਦਾ ਹੈ, ਇਹ ਸਮਝ ਲਓ ਕਿ ਸਰੀਰ ਰੂਪੀ ਧਰਤੀ ਦੇ ਵਿੱਚ ਇੱਕ ਪੇੜ ਉੱਗ ਪਿਆ ਚੰਗੇ ਕਰਮਾਂ ਦਾ। ਰੱਬ ਦੀ ਬੰਦਗੀ ਵਾਲੇ ਕਰਮ ਦਾ ਪੇੜ ਉੱਗ ਪਿਆ ਹੈ, ਕਰਮ ਪੇੜ। ਤੇ ਪੇੜ ਨੂੰ ਸ਼ਾਖਾਵਾਂ ਵੀ ਲੱਗਦੀਆਂ ਨੇ, ਟਹਿਣੀਆਂ ਜ਼ਰੂਰ ਆਉਂਦੀਆਂ ਨੇ। ਹੁਣ ਕਰਮ ਰੂਪੀ ਪੇੜ ਨੂੰ ਜਿਹੜੀ ਸ਼ਾਖਾ ਹੈ, ਸ਼ਾਖਾ ਹਰੀ, ਹਰੀ ਦਾ ਸਿਮਰਨ ਜਿਹੜਾ ਹੈ, ਪਰਮਾਤਮਾ ਦੀ ਬੰਦਗੀ, ਇਹ ਕਰਮ ਰੂਪੀ ਪੇੜ ਨੂੰ ਟਹਿਣੀਆਂ ਲੱਗ ਗਈਆਂ। ਆਪਾਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਸਾਧ ਸੰਗਤ ਜੀ, ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਨਿਰਮਲ ਕਰਮ ਜਿਹੜਾ ਪੇੜ ਹੈ ਤੇ ਪਰਮੇਸ਼ਰ ਦਾ ਨਾਮ ਜਿਹੜਾ ਉਹ ਸ਼ਾਖਾਵਾਂ ਨੇ। ਸਿਮਰਨ ਜਿਹੜਾ ਆਪਾਂ ਕਰਨੇ ਆ ਇਹ ਸ਼ਾਖਾ ਹੈ, ਪਰ ਪਹਿਲਾਂ ਹਉਮੈ ਨੂੰ ਤਿਆਗ ਕੇ ਕਰਮ ਕਰਨਾ ਜ਼ਰੂਰੀ ਹੈ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ। ਫਲਦਾਰ ਬੂਟੇ ਨੂੰ ਫੁੱਲ ਵੀ ਲੱਗਦਾ ਹੈ। ਹੁਣ ਸਿਮਰਨ ਰੂਪੀ ਬੂਟੇ ਨੂੰ ਫੁੱਲ ਕੀ ਲੱਗਦਾ ਹੈ, ਹਰੀ ਨੂੰ ਫੁੱਲ ਕੀ ਲੱਗੇਗਾ, ਧਰਮ। ਇਹ ਹੋਵੇਗਾ ਬੰਦੇ ਦਾ ਧਾਰਮਿਕ ਜੀਵਨ, ਕੇਵਲ ਪਹਿਰਾਵਾ ਨਹੀਂ ਕਿ ਧਰਮ ਦਾ ਬੁਰਕਾ ਪਹਿਨ ਲਿਆ, ਦਾਨ ਪੁੰਨ ਕਰ ਲਿਆ, ਬੰਦਾ ਕਹੇ ਮੈਂ ਧਰਮੀ ਬਣ ਗਿਆ। ਪੇੜ ਹੋਏਗਾ ਤੇ ਟਹਿਣੀ ਲੱਗੇਗੀ, ਟਹਿਣੀ ਹੋਵੇਗੀ ਤੇ ਫੁੱਲ ਲੱਗੇਗਾ, ਫੁੱਲ ਲੱਗੇਗਾ ਤੇ ਫਲ ਲੱਗੇਗਾ। ਤੇ ਜੇ ਰੋਖੀ ਨਹੀਂ ਹੈ, ਸ਼ਾਖਾਵਾਂ ਕਿੱਥੋਂ, ਸ਼ਾਖਾਵਾਂ ਨਹੀਂ ਤੇ ਫੁੱਲ ਕਿੱਥੋਂ, ਫੁੱਲ ਨਹੀਂ ਤਾਂ ਫਲ ਕਿੱਥੋਂ। ਕੁਦਰਤ ਦਾ ਨਿਯਮ ਹੈ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ। ਜਿਹੜਾ ਫਲ ਲੱਗਣਾ ਹੈ ਨਾ ਅੱਗੇ ਧਰਮ ਰੂ ਫੁੱਲ ਨੂੰ, ਉਹ ਹੋਵੇਗਾ ਰੱਬ ਦੇ ਨਾਲ ਡੂੰਘੀ ਆਤਮਿਕ ਸਾਂਝ, ਗਿਆਨ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ। ਪਤ ਦਾ ਮੀਨਿੰਗ ਪੱਤੇ, ਅਜੇ ਟਹਿਣੀਆਂ ਨੂੰ ਪੱਤੇ ਲੱਗਦੇ ਹਨ।
ਪੱਤੇ ਦਾ ਪਤ ਮੀਨਿੰਗ ਪੱਤੇ ਪੱਤਰ ਪ੍ਰਾਪਤ, ਰੱਬ ਦੀ ਪ੍ਰਾਪਤੀ। ਫਿਰ ਇਹ ਪੱਤਰ ਤੇ ਸ਼ਾਮ ਘਣੀ ਸੰਘਣੀ ਛਾਂ ਪੈਦਾ ਹੋ ਗਈ ਜਦੋਂ ਚੂਕਾ ਮਨ ਅਭਿਮਾਨ, ਮਨ ਦੇ ਵਿੱਚੋਂ ਜਦੋਂ ਹੰਕਾਰ ਨਿਕਲ ਗਿਆ। ਇਹ ਮਨ ਜਦੋਂ ਤੇਰੇ ਅੰਦਰੋਂ ਹੰਕਾਰ ਮਿਟ ਗਿਆ, ਉਸ ਵੇਲੇ ਆਹ ਗੁਣ ਤੇਰੇ ਅੰਦਰ ਪੈਦਾ ਹੋਣਗੇ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਸ਼ਾਮ ਘਣੀ। ਘਣੀ ਛਾਂ, ਛਾਂ ਠੰਡੀ ਹੁੰਦੀ ਹੈ ਨਾ, ਨਿਮਰਤਾ ਠੰਡੀ ਹੁੰਦੀ ਹੈ। ਨਿਮਰਤਾ ਦੇ ਵਿੱਚ ਸ਼ਾਂਤੀ ਹੈ, ਸਹਿਜ ਹੈ। ਸਾਹਿਬ ਕਹਿੰਦੇ ਨੇ ਤੇਰੇ ਅੰਦਰ ਨਿਮਰਤਾ ਆ ਜਾਏਗੀ, ਇਹ ਸ਼ਾਮ ਹੋਏਗੀ ਤੇਰੇ ਅੰਦਰ। ਨਿਮਰਤਾ ਤੋਂ ਕਿਸੇ ਨੂੰ ਸੁੱਖ ਮਿਲੇਗਾ ਜਿਵੇਂ ਰੁੱਖ ਦੀ ਛਾਂ ਤੋਂ ਸੁੱਖ ਮਿਲਦਾ ਹੈ। ਅੱਖੀ ਕੁਦਰਤ ਕੰਨੀ ਬਾਣੀ, ਮੁਖ ਆਖਣ ਸਚ ਨਾਮ, ਪਤ ਕਾ ਧਨ ਪੂਰਾ ਹੋਵਾ ਲਾਗਾ ਸਹਿਜ ਧਿਆਨ। ਗੁਰੂ ਸਾਹਿਬ ਕਹਿੰਦੇ ਨੇ ਫਿਰ ਜਿਹੜਾ ਹਉਮੈ ਨੂੰ ਤਿਆਗ ਕੇ ਇਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ ਨਾ, ਉਹਦਾ ਜੀਵਨ ਇਸ ਤਰ੍ਹਾਂ ਦਾ ਅੱਖੀ ਕੁਦਰਤ। ਉਹ ਫਿਰ ਕੁਦਰਤ ਵਿੱਚ ਵਸਦੇ ਪਰਮੇਸ਼ਰ ਨੂੰ ਇਹਨਾਂ ਅੱਖਾਂ ਨਾਲ ਦੇਖ ਲੈਂਦਾ ਹੈ। ਆਪਾਂ ਕਹਿੰਦੇ ਰੱਬ ਦਿਸਦਾ ਨਹੀਂ, ਰੱਬ ਨੂੰ ਦੇਖਾਂਗੇ ਕਿਵੇਂ? ਕਿਵੇਂ ਦੇਖੀਏ ਰੱਬ ਨੂੰ? ਕੋਈ ਐਸਾ ਸਾਧਨ ਹੈ ਕੁਦਰਤ ਦੇ ਅੰਦਰ? ਕੋਈ ਸਾਇੰਸ ਨੇ ਐਸੀ ਕਾਢ ਕੱਢੀ ਕਿ ਇਸ ਤਰ੍ਹਾਂ ਰੱਬ ਨੂੰ ਦੇਖਿਆ ਜਾ ਸਕਦਾ ਹੈ? ਆਪ ਜੀ ਪੜ੍ਹੇ ਲਿਖੇ ਹੋ, ਕੋਈ ਸਾਇੰਸ ਦੀ ਕੋਈ ਐਸੀ ਕਾਢ ਹੋਵੇ ਕਿ ਜੇ ਰੱਬ ਨੂੰ ਦੇਖਣਾ ਹੈ, ਆਹ ਸਾਇੰਸ ਦੀ ਚੀਜ਼ ਵਰਤੋਂ ਰੱਬ ਦਿਸਦਾ ਹੈ? ਨਹੀਂ, ਗੁਰਮਤਿ ਕਹਿੰਦੀ ਹੈ ਜੇ ਰੱਬ ਨੂੰ ਦੇਖਣਾ ਹੈ ਨਾ, ਗੁਰੂ ਦਾ ਗਿਆਨ ਪ੍ਰਾਪਤ ਕਰੋ। ਗੁਰੂ ਦੇ ਗਿਆਨ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਰੱਬ ਦੇ ਦੀਦਾਰਿਆਂ ਦੀ ਜੁਗਤ ਬਖਸ਼ੀ ਕਿ ਜੇ ਹਉਮੈ ਨੂੰ ਤਿਆਗ ਦਈਏ, ਅੰਦਰੋਂ ਹਉਮੈ ਨਿਕਲ ਜਾਏ, ਫਿਰ ਅੱਖੀਂ ਕੁਦਰਤ, ਕੁਦਰਤ ਵਿੱਚ ਵਸਦੇ ਪਰਮਾਤਮਾ ਦੇ ਦਰਸ਼ਨ ਇਹਨਾਂ ਅੱਖਾਂ ਨਾਲ ਹੁੰਦੇ ਨੇ। ਕਿਉਂਕਿ ਅੱਖਾਂ ਬਦਲ ਗਈਆਂ, ਅੰਦਰ ਹਉਮੈ ਹੈ ਕੋਈ ਨਹੀਂ। ਸੋਚ ਬਦਲ ਗਈ। ਲਹਿਣਾ ਜੀ ਦਾ ਸਰੀਰ ਤਾਂ ਉਹੀ ਹੈ ਨਾ, ਲਹਿਣਾ ਜੀ ਦੀਆਂ ਅੱਖਾਂ ਵੀ ਉਹੀ ਨੇ, ਲਹਿਣਾ ਜੀ ਦੇ ਕੰਨ ਵੀ ਉਹੀ ਨੇ, ਪੈਰ ਵੀ ਉਹੀ ਨੇ, ਜ਼ੁਬਾਨ ਵੀ ਉਹੀ ਹੈ। ਪਰ ਬਦਲਿਆ ਕੀ ਹੈ? ਲਹਿਣਾ ਜੀ ਦੀ ਵਿਚਾਰ ਬਦਲ ਗਈ। ਸਰੀਰ ਨਹੀਂ ਬਦਲਿਆ ਲਹਿਣਾ ਜੀ ਦਾ, ਰੰਗ ਵੀ ਉਹੀ ਹੈ, ਰੂਪ ਵੀ ਉਹੀ, ਨੈਣ ਨਕਸ਼ ਉਹੀ ਨੇ, ਹਾਈਟ ਵੀ ਉਨੀ ਕੁ ਹੈ ਕਿ ਸਰੀਰ ਲੰਬਾ ਹੋ ਗਿਆ ਹੋਵੇ, ਬਦਲ ਗਿਆ ਹੋਵੇ, ਉਹ ਐਸਾ ਹੋਇਆ ਨਹੀਂ। ਪਰ ਲਹਿਣਾ ਜੀ ਦੀ ਅੰਦਰੋਂ ਸੋਚ ਬਦਲ ਗਈ। ਉਹਨਾਂ ਨੇ ਗੁਰੂ ਨਾਨਕ ਨੂੰ ਅੱਖਾਂ ਦੇ ਨਾਲ ਤੱਕ ਲਿਆ ਤੇ ਗੁਰੂ ਨਾਨਕ ਦੇ ਹੋ ਗਏ। ਜਦੋਂ ਅੰਦਰਲੀ ਸੋਚ ਬਦਲਦੀ ਹੈ, ਫਿਰ ਜ਼ਰੇ ਜ਼ਰੇ ਦੇ ਵਿੱਚੋਂ ਰੱਬ ਦਿਸਦਾ ਹੈ। ਫਿਰ ਕਹਾਂਗੇ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਉ ਪਸਰੀ ਸੂਰਜ ਕਿਰਨ ਜੋਤ, ਤਿਉ ਰਮਈਆ ਘਟ ਘਟ ਓਤ ਪੋਤ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਅੱਖੀਂ ਕੁਦਰਤ ਕੰਨੀ ਬਾਣੀ। ਫਿਰ ਕੰਨਾਂ ਦੇ ਨਾਲ ਰੱਬ ਦੀ ਸਿਫਤਸਲਾ ਸੁਣਦੀ ਹੈ। ਜਦੋਂ ਹਉਮੈ ਦਾ ਪ੍ਰਭਾਵ ਪੈਂਦਾ ਹੈ ਨਾ, ਮੇਰੇ ਸਾਹਿਬ ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਰੱਬ ਨਹੀਂ ਦਿਸਦਾ ਉਹਨੂੰ ਕਿਸੇ ਚੋਂ ਵੀ, ਤੇ ਸੁਣਦਾ ਵੀ ਨਹੀਂ ਹੈ, ਕਿਉਂਕਿ ਮਾਇਆ ਦਾ ਹੰਕਾਰ ਆ ਗਿਆ, ਹਉਮੈ ਆ ਗਈ। ਮਾਇਆ ਨੇ ਗਿਆਨ ਰੂਪੀ ਨੇਤਰਾਂ ਤੋਂ ਅੰਨਾ ਵੀ ਕਰ ਦਿੱਤਾ, ਦਿਸਦਾ ਨਹੀਂ ਹੈ, ਸੁਣਦਾ ਵੀ ਕੁਝ ਨਹੀਂ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਪਰ ਜਦੋਂ ਹਉਮੈ ਮਿਟ ਗਈ, ਕੰਨੀ ਬਾਣੀ, ਮੁਖ ਆਖਣ ਸੱਚ ਨਾਮ, ਫਿਰ ਮੁਖ ਤੋਂ ਸੱਚਾ ਨਾਮ ਲਿਆ ਜਾਂਦਾ ਹੈ। ਰੱਬ ਦੀ ਬੰਦਗੀ ਹੁੰਦੀ ਹੈ। ਪਤ ਕਾ ਧਨ ਪੂਰਾ ਹੋਵਾ ਲਾਗਾ ਸਹਿਜ ਧਿਆਨ। ਪਤ ਕਾ ਧਨ, ਇੱਜ਼ਤ ਦਾ ਧਨ ਜਿਹੜਾ ਹੈ, ਜਿਸ ਧਨ ਦੀ ਪ੍ਰਾਪਤੀ ਦੇ ਨਾਲ ਲੋਕ ਪਰਲੋਕ ਦੇ ਵਿੱਚ ਆਦਰ ਮਾਣ ਮਿਲਦਾ ਹੈ, ਉਹ ਮਿਲ ਜਾਂਦਾ ਹੈ। ਲਾਗਾ ਸਹਿਜ ਧਿਆਨ, ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਫਿਰ ਜੀਵ ਦਾ ਧਿਆਨ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ। ਜਦੋਂ ਹਉਮੈ ਮਿਟ ਗਈ, ਅਖੀਰ ਤੇ ਸਾਹਿਬ ਨੇ ਮਹਾ ਰੁੱਤੀ ਆਵਣਾ, ਵੇਖੋ ਕਰਮ ਕਮਾਏ। ਮੇਰੇ ਸਾਹਿਬ ਕਹਿੰਦੇ ਨੇ ਹਉਮੈ ਨੂੰ ਤਿਆਗ ਕੇ ਕਰਮ ਕਰਕੇ ਦੇਖੋ। ਆ ਜਿਹੜੇ ਸੰਸਾਰ ਦੇ 'ਚ ਮਹੀਨੇ ਤੇ ਰੁੱਤਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ,
ਬਸੰਤ ਰੁੱਤ ਨੇ ਸਾਲ ਵਿੱਚ ਇੱਕ ਵਾਰ ਆਉਣਾ ਹੀ ਆਉਣਾ ਹੈ, ਪਰ ਆਪਾਂ ਕਦੇ ਇਹ ਤੇ ਨਹੀਂ ਕਿਤੇ ਰੱਬ ਨੇ ਸਾਲ ਵਿੱਚ ਇੱਕ ਦਿਨ ਆਉਣਾ ਹੀ ਆਉਣਾ ਹੈ ਫਿਰ ਛੱਡ ਦਿਓ। 2 ਮਹੀਨੇ ਬਸੰਤ ਹੈਗੀ ਤਾਂ ਆਈ ਤੇ ਚਲੀ ਗਈ, ਮਹੀਨਾ ਆਇਆ ਤੇ ਚਲਾ ਗਿਆ। ਪਰ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਸਦੀਵੀ ਕਾਲ ਰਹੇਗਾ। ਜਿਹੜੇ ਰੱਬ ਨਾਲ ਜੁੜ ਗਏ ਨਾਨਕ ਹਰੇ ਨਾ ਸੁਖ ਹੀ, ਜਿਹੜੇ ਆਤਮਿਕ ਤੌਰ ਤੇ ਹਰੇ ਹੋ ਗਏ ਉਹ ਕਦੇ ਸੁੱਕਦੇ ਨਹੀਂ। ਉਹ ਕਿਹੜੇ ਨੇ? ਜੇ ਗੁਰਮੁਖ ਰਹੇ ਸਮਾਏ, ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਵਿੱਚ ਲੀਨ ਹੋ ਗਏ। ਜਿਹੜੇ ਗੁਰੂ ਦੇ ਰਾਹੀਂ ਪਰਮਾਤਮਾ ਵਿੱਚ ਲੀਨ ਹੋ ਗਏ ਉਹ ਕਦੇ ਸੁੱਕਦੇ ਨਹੀਂ। ਉਹ ਸਦੀਵੀ ਕਾਲ ਦੇ ਲਈ ਆਤਮਿਕ ਤੌਰ ਤੇ ਹਰੇ ਭਰੇ ਰਹਿੰਦੇ ਹਨ। ਉਹਨਾਂ ਤੇ ਕਦੇ ਸਮੇਂ ਦਾ ਅਸਰ ਨਹੀਂ ਆਉਂਦਾ ਪੈਂਦਾ, ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਨੇ। ਤੋ ਆਓ ਗੁਰੂ ਪਿਆਰ ਵਾਲਿਓ, ਆਪਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਮਾਲਕ ਦੇ ਚਰਨਾਂ ਦੇ ਵਿੱਚ ਸੁਰਤ ਨੂੰ ਜੋੜੀਏ। ਸਦੀਵੀ ਕਾਲ ਦੀਆਂ ਖੁਸ਼ੀਆਂ ਤੇ ਖੇੜੇ ਪਰਮਾਤਮਾ ਦੇ ਦਰੋਂ ਪਰੋਂ ਪ੍ਰਾਪਤ ਕਰੀਏ। ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਹੋਈਆਂ ਭੁੱਲਾਂ ਦੀ ਖਿਮਾ। ਕੱਲ ਸਵੇਰ ਦੀ ਹਾਜ਼ਰੀ ਦਾਸ ਨੇ ਭਰਨੀ ਹੈ। ਮੰਗਰ ਮਾਏ ਸੋਹਣੀਆਂ ਹਰ ਫਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਆਪਾਂ ਵਿਚਾਰ ਸਾਂਝੇ ਕਰਾਂਗੇ। ਸ਼ਾਮ ਦੀ ਹਾਜ਼ਰੀ ਸਤਿਗੁਰੂ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।